हेलो स्टूडेंट्स, हाउ आर यू? वेलकम टू योर बॉटनी लैक्चर। बेटा ਆਪਾਂ पढ़ लिया लाइट क्लाइमेटिक फैक्टर्स ਦੇ ਵਿੱਚ। ਅੱਜ ਆਪਾਂ ਸਟਾਰਟ ਕਰਾਂਗੇ ਗੈसेस ਜਾਂ ਐਟਮੋਸਫੇਅਰ ਕੀ ਆ? ਮਿਕਸਚਰ ਆਫ ਗੈसेस ਜਿਹੜਾ ਅਰਥ ਨੂੰ ਸਰਾਊਂਡ ਕਰਕੇ ਰੱਖਦਾ ਆ ਉਹਨੂੰ ਆਪਾਂ ਕਹਿੰਦੇ ਆ ਐਟਮੋਸਫੇਅਰ। ਤੇ ਇਹਨੂੰ ਸਿੰਪਲ ਜੇ ਬਾਇਓ ਭਾਸ਼ਾ 'ਚ ਜਾਂ ਇਕੋਲੋਜੀ ਦੀ ਭਾਸ਼ਾ 'ਚ ਐਕਸਪਲੇਨ ਕਰਨਾ ਹੋਵੇ, ਥਿਕ ਗੈਸ਼ੀਅਸ ਐਨਵੈਲਪ ਜਿਹਨੂੰ ਆਪਾਂ ਏਅਰ ਵੀ ਕਹਿੰਦੇ ਆ, held to the planet by gravitational attraction of the earth, है ना। तो ये important role play करता है in the life of an organisms। 300 किलोमीटर high above the earth surface ये spread ਹੁੰਦਾ ਆ या फैलिया ਹੁੰਦਾ आ। the atmospheric pressure ਜਿਹੜਾ ਆ ਉਹ maximum at sea level ਹੁੰਦਾ ਆ, ਜਿਹੜਾ ਕਿ ਹੌਲੀ 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 ਡਿਕਰੀਜ਼ ਹੁੰਦਾ ਰਹਿੰਦਾ ਆ ਵਿਦ ਦਾ ਇਨਕਰੀਜ਼ ਇਨ ਦਾ ਹਾਈਟ ਅਬਵ ਸੀ ਲੈਵਲ। ਬਹੁਤ ਸਾਰੀਆਂ ਗੈਸਿਸ ਆ ਜਿਹੜੇ ਆਪਣੇ ਐਟਮੋਸਫੇਅਰ 'ਚ ਪ੍ਰੈਜ਼ੈਂਟ ਆ। ਕੁਛ ਗੈਸਿਸ ਜਿਹੜੀਆਂ ਆ ਉਹ ਅਬੰਡੈਂਸ 'ਚ ਪ੍ਰੈਜ਼ੈਂਟ ਹੈਗੀਆਂ ਆ, ਅਤੇ ਕੁਛ ਗੈਸਿਸ ਜਿਹੜੀਆਂ ਟਰੇਸ ਅਮਾਊਂਟਸ 'ਚ ਪ੍ਰੈਜ਼ੈਂਟ ਆ। ਫੋਰ ਐਗਜ਼ਾਮਪਲ ਹੁਣ ਜਿੱਦਾਂ ਨਾਈਟ੍ਰੋਜਨ ਆ 78.084% ਪ੍ਰੈਜ਼ੈਂਟ ਆ, ਆਕਸੀਜਨ 20%, ਵਾਟਰ ਵੇਪਰਸ, ਅਤੇ ਮਾਈਨਰ ਅਮਾਊਂਟ 'ਚ ਆਰਗਨ 0.934, ਕਾਰਬਨ ਡਾਈਆਕਸਾਈਡ 0.314, ਇਹਨਾਂ ਨੂੰ ਆਪਾਂ ਟਰੇਸ ਗੈਸਿਸ ਵੀ ਕਹਿ ਦਈਦਾ ਆ। ਫਿਰ ਹੁਣ ਅਸੀਂ 1 by 1 ਕੁਛ ਗੈਸਿਸ ਦੇ ਬਾਰੇ 'ਚ ਪੜ੍ਹਨਾ ਆ। ਫੋਰ ਐਗਜ਼ਾਮਪਲ ਫਸਟ ਇਜ਼ ਆਕਸੀਜਨ। ਆਹ ਟੇਬਲ ਬਣਿਆ ਹੋਇਆ ਆ, ਇਹ ਤੋਂ ਤੁਸੀਂ ਮਾੜਾ ਮੋਟਾ ਡਾਟਾ ਪੜ੍ਹ ਲਿਓ। ਆਕਸੀਜਨ ਜਿਹੜੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਇੰਪੋਰਟੈਂਟ ਕੌਂਸਟੀਚਿਊਂਟ ਹੈ ਇਹ ਐਟਮੋਸਫੇਅਰ ਦਾ। ਅਬੰਡੈਂਟ ਅਮਾਊਂਟ 20.94% ਪ੍ਰੈਜ਼ੈਂਟ ਆ ਇਹ ਐਟਮੋਸਫੇਅਰ 'ਚ। ਅਤੇ ਜਿੰਨੀਆਂ ਵੀ ਲਾਈਫ ਐਕਟੀਵਿਟੀਜ਼ ਹੁੰਦੀਆਂ ਆ ਅਰਥ ਸਰਫੇਸ 'ਤੇ, ਇਹਨਾਂ ਸਾਰਿਆਂ 'ਚ ਆਕਸੀਜਨ ਰੋਲ ਪਲੇ ਕਰਦਾ ਆ। ਇਹ ਲਾਈਫ ਵਿਦਆਊਟ ਆਕਸੀਜਨ ਪੋਸੀਬਲ ਨਹੀਂ ਹੈਗੀ। ਲਿਵਿੰਗ ਆਰਗੈਨਿਜ਼ਮਸ ਦੇ ਵਿੱਚ ਥਰੂ ਰੈਸਪੀਰੇਸ਼ਨ ਇਹ ਯੂਜ਼ ਹੁੰਦੀ ਆ। ਆਪਾਂ ਕੀ ਕਰਦੇ ਹਾਂ, ਸਾਹ ਦੇ ਥਰੂ ਆਕਸੀਜਨ ਅੰਦਰ ਲੈਂਦੇ ਹਾਂ, ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ। ਪਲਾਂਟਸ ਉਹੀ ਕਾਰਬਨ ਡਾਈਆਕਸਾਈਡ ਲੈਂਦੇ ਆ ਅਤੇ ਆਕਸੀਜਨ ਬਾਹਰ ਕੱਢਦੇ ਆ, ਅਸੀਂ ਉਹ ਵਾਲੀ ਆਕਸੀਜਨ ਯੂਜ਼ ਕਰਦੇ ਹਾਂ। ਹੁਣ ਜਿਹੜੇ ਇਕੁਐਟਿਕ ਆਰਗੈਨਿਜ਼ਮਸ ਹੈਗੇ ਆ ਉਹ ਵੀ ਆਕਸੀਜਨ ਲੈਂਦੇ ਆ, ਕਿਉਂਕਿ ਪਾਣੀ ਦੇ ਵਿੱਚ ਡਿਜ਼ੋਲਵਡ ਆਕਸੀਜਨ, ਘੁਲੀ ਹੋਈ ਆਕਸੀਜਨ ਜਿਹੜੀ ਆ ਉਹ ਪ੍ਰੈਜ਼ੈਂਟ ਹੁੰਦੀ ਆ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਵਿਦਆਊਟ ਆਕਸੀਜਨ ਲਾਈਫ ਕੁਡ ਨਾਟ ਬੀ ਪੋਸੀਬਲ। ਹੁਣ ਲਾਈਫ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੰਨੇ ਵੀ ਪ੍ਰੋਸੈਸਿਸ ਆ, ਫੋਟੋਸਿੰਥੇਸਿਸ ਹੋ ਗਿਆ, ਰੈਸਪੀਰੇਸ਼ਨ ਹੋ ਗਏ, ਇਹ ਸਾਰੇ ਡਿਪੈਂਡੈਂਟ ਆ ਔਨ ਆਕਸੀਜਨ। ਤਾਂ ਔਰ ਦੂਸਰੇ ਪਾਸੇ ਇਹ ਹੈ ਕਿ ਜਦੋਂ ਤੱਕ ਪਲਾਂਟਸ ਰਹਿਣੇ ਆ ਆਕਸੀਜਨ ਆਪਾਂ ਨੂੰ ਮਿਲਦੀ ਰਹਿਣੀ ਆ, ਤਾਂ ਕਰਕੇ ਆਪਾਂ ਨੂੰ ਪਲਾਂਟਸ ਨੂੰ ਬਚਾਉਣਾ ਚਾਹੀਦਾ ਆ। ਔਰ ਇੱਦਾਂ ਵੀ ਮੰਨਿਆ ਜਾਂਦਾ ਆ ਕਿ ਕੋਈ ਪੋਸੀਬਿਲਿਟੀ ਨਹੀਂ ਹੈਗੀ ਆਕਸੀਜਨ ਡੈਫੀਸ਼ੀਐਂਸੀ ਹੋਵੇ ਧਰਤੀ 'ਤੇ, ਮਿਲੀ ਜਾਣੀ ਆ ਜੇ ਪਲਾਂਟਸ ਆਪਾਂ ਸਰਵਾਈਵ ਰੱਖੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਪਲਾਂਟਸ ਆਪਾਂ ਲਗਾਈ ਗਏ ਆਲੇ ਦੁਆਲੇ ਓਪਨ ਜਗ੍ਹਾ 'ਤੇ, ਤਾਂ ਆਪਾਂ ਨੂੰ ਆਕਸੀਜਨ ਦੀ ਕਦੇ ਕਮੀ ਨਹੀਂ ਹੋਣੀ ਹੈਗੀ। ਫਿਰ ਅਗਰ ਅਸੀਂ ਮੋਲੀਕੂਲਰ ਆਕਸੀਜਨ ਜਿਹੜੀ ਆ ਉਹ ਸੋਇਲ ਸਰਫੇਸ ਦੇ ਨੇੜੇ ਪ੍ਰੈਜ਼ੈਂਟ ਹੁੰਦੀ ਆ, ਔਰ ਉਹ ਕਨਵਰਟ ਹੋ ਜਾਂਦੀ ਹੈ ਇਨਟੂ ਐਟੋਮਿਕ ਆਕਸੀਜਨ ਐਟ ਵੈਰੀ ਹਾਈ ਐਲਟੀਚਿਊਡਸ। ਅਮਾਊਂਟ ਆਫ ਮੋਲੀਕੂਲਰ ਆਕਸੀਜਨ ਡਿਕਰੀਜ਼ ਹੁੰਦੀ ਆ, ਅਤੇ ਅਮਾਊਂਟ ਆਫ ਐਟੋਮਿਕ ਆਕਸੀਜਨ ਗੋਜ਼ ਔਨ ਇਨਕਰੀਜ਼ਿੰਗ ਜਿੱਦਾਂ ਜਿੱਦਾਂ ਆਪਾਂ ਐਲਟੀਚਿਊਡ 'ਤੇ ਉੱਪਰ ਜਾਂਦੇ ਰਹਿੰਦੇ ਹਾਂ। ਐਟੋਮਿਕ ਆਕਸੀਜਨ ਜਿਹੜੀ ਥਰਮੋਸਫੀਅਰ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ, ਥਰਮੋਸਫੀਅਰ ਰੀਜਨ ਦੇ ਵਿੱਚ, ਉਹ ਰਿਸਪੋਂਸੀਬਲ ਹੁੰਦੀ ਆ ਫॉर ਏਅਰ ਗਲੋ। ਅਤੇ ਇਹ ਏਅਰ ਗਲੋ ਕੀ ਆ? ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਜਿਹੜੀਆਂ ਕੰਟੀਨਿਊਸਲੀ ਐਮਿਟਡ ਹੁੰਦੀਆਂ ਆ ਬਾਏ ਦਾ ਐਟਮੋਸਫੇਅਰ ਆਫ ਦਾ ਅਰਥ।
ਦੈਨ ਇਜ਼ ਨਾਈਟ੍ਰੋਜਨ। ਹੁਣ ਨਾਈਟ੍ਰੋਜਨ ਬਾਰੇ ਤਾਂ ਸੁਣਿਆ ਹੀ ਆ ਤੁਸੀਂ, ਨਾਈਟ੍ਰੋਜਨ ਸਾਈਕਲ ਵੀ ਪੜ੍ਹਿਆ ਆ ਈਕੋਸਿਸਟਮ ਦੇ ਵਿੱਚ, ਵਾਈਡਲੀ ਯੂਜ਼ ਟਰਮ ਹੈ ਨਾ। ਨਾਈਟ੍ਰੋਜਨ N, ਮੋਲੀਕੂਲਰ ਨਾਈਟ੍ਰੋਜਨ N2, ਬੌਂਡ ਇਹ 'ਚ ਹੁੰਦਾ ਆ N ਟ੍ਰਿਪਲ ਬੌਂਡ N, ਆਹ ਸਾਰੇ ਆਪਾਂ ਦੇਖੇ ਆ ਨਾ। ਅਤੇ ਤਾਂ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਡਾਈ ਨਾਈਟ੍ਰੋਜਨ। ਇਹ ਨਾਈਟ੍ਰੋਜਨ ਜਿਹੜੀ ਹੈ ਇੰਪੋਰਟੈਂਟ ਐਲੀਮੈਂਟ ਆ ਇਨ ਆਲ ਲਿਵਿੰਗ ਔਰਗੈਨਿਜ਼ਮਸ। ਜਿਹੜੀ ਨਾਈਟ੍ਰੋਜਨ ਆ ਉਹ ਜ਼ਿਆਦਾਤਰ ਪ੍ਰੋਟੀਨਸ, ਐਮੀਨੋ ਐਸਿਡਸ ਦੇ ਫਾਰਮ ਦੇ ਵਿੱਚ ਐਗਜ਼ਿਸਟ ਕਰਦੀ ਆ। ਪ੍ਰੈਜ਼ੈਂਟ ਇਨ ਲਾਰਜ ਨੰਬਰ ਆਫ ਅਦਰ ਕੰਪਾਊਂਡਸ ਜਿਵੇਂ ਕਿ ਨਿਊਕਲਿਕ ਐਸਿਡ, ਕਲੋਰੋਫਿਲ, ਸੋ ਔਨ। 78% ਬਾਈ ਵੋਲਿਊਮ ਜਿਹੜੇ ਨਾਈਟ੍ਰੋਜਨ ਮੋਲੀਕਿਊਲਸ ਪ੍ਰੈਜ਼ੈਂਟ ਹੈਗੇ ਆ। ਇਹਦੀ ਵੀ ਗ੍ਰੇਟ ਇੰਪੋਰਟੈਂਸ ਆ ਹੈ ਨਾ। ਗ੍ਰੀਨ ਪਲਾਂਟਸ ਜਿਹੜੇ ਆਪਾਂ ਨਾਈਟ੍ਰੋਜਨ ਸਾਈਕਲ 'ਚ ਪੜ੍ਹ ਚੁੱਕੇ ਹਾਂ ਵੈਸੇ ਸਾਰਾ, ਕਿ ਗ੍ਰੀਨ ਪਲਾਂਟਸ ਜਿਹੜੇ ਆ ਡਾਇਰੈਕਟ ਨਾਈਟ੍ਰੋਜਨ ਨਹੀਂ ਲੈ ਸਕਦੇ ਹੈਗੇ। ਥੰਡਰਿੰਗ ਵੇਲੇ ਇਹੀ ਜਿਹੜੀ ਨਾਈਟ੍ਰੋਜਨ ਆ ਉਹ ਕਨਵਰਟ ਹੁੰਦੀ ਆ ਇਨਟੂ ਅਵੇਲੇਬਲ ਫਾਰਮ। ਉਹ ਅਵੇਲੇਬਲ ਫਾਰਮ ਹੈਗੇ ਅਮੋਨੀਆ, ਨਾਈਟ੍ਰੇਟ, ਨਾਈਟਰਾਈਟ। ਉਹ ਫਿਰ ਪਲਾਂਟਸ ਲੈਂਦੇ ਆ ਫਰੋਮ ਸੋਇਲ ਹੈ ਨਾ। ਪਲਾਂਟਸ ਤੋਂ ਹਰਬੀਵੋਰਸ, ਕਾਰਨੀਵੋਰਸ, ਅਸੀਂ ਡੈਥ ਡਿਕੇ ਦੇ ਦੁਆਰਾ ਫਿਰ ਤੇ ਸੋਇਲ 'ਚ ਜਾਂਦੀ ਆ ਜਾਂ ਫਿਰ ਐਟਮੋਸਫੇਅਰ 'ਚ ਜਾਂਦੀ ਆ। ਤਾਂ ਇਸ ਤਰ੍ਹਾਂ ਨਾਈਟ੍ਰੋਜਨ ਸਾਈਕਲ ਚੱਲਦਾ ਰਹਿੰਦਾ ਆ। ਫਿਰ ਬਾਇਓਲੋਜੀਕਲ ਨਾਈਟ੍ਰੋਜਨ ਫਿਕਸੇਸ਼ਨ ਵੀ ਸਾਰਿਆਂ ਨੇ ਹੀ ਸੁਣਿਆ ਆ ਹੈ ਨਾ। ਜਿਹੜੇ ਰੂਟ ਨੋਡਿਊਲਸ ਦੇ ਵਿੱਚ ਰਾਈਜ਼ੋਬੀਅਮ ਬੈਕਟੀਰੀਆ ਨਾਈਟ੍ਰੋਜਨ ਫਿਕਸ ਕਰਦਾ ਆ, ਉਹਦੇ ਨਾਲ ਪਲਾਂਟਸ ਨੂੰ ਨਾਈਟ੍ਰੋਜਨ ਦਿੰਦਾ ਆ ਅਤੇ ਬਦਲੇ ਦੇ ਵਿੱਚ ਆ ਫੂਡ ਲੈਂਦਾ ਆ। ਸੋ ਇਹ ਜਿਹੜਾ ਟੋਪਿਕ ਹੈ ਇਹ ਵੈਰੀ ਈਜ਼ੀ ਆ ਪੜ੍ਹਨ ਵਾਲੀ। ਇਹ 'ਚ ਵੈਸੇ ਕੋਈ ਗੱਲ ਨਹੀਂ ਸੀਗੀ ਪਰ ਚਲੋ ਹੈ ਨਾ। ਦੈਨ ਇਜ਼ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਜਿਹੜਾ ਆ ਮੇਨ ਸੋਰਸ ਕਾਰਬਨ ਡਾਈਆਕਸਾਈਡ ਦਾ ਐਟਮੋਸਫੇਅਰ 'ਚ ਪ੍ਰੋਸੈਸ ਆਫ ਰੈਸਪੀਰੇਸ਼ਨ ਆ। ਇਹ ਰੈਸਪੀਰੇਸ਼ਨ ਲਿਵਿੰਗ ਔਰਗੈਨਿਜ਼ਮਸ ਕਰਦੇ ਆ ਆਪਾਂ ਹੈ ਨਾ। ਇਹਦੇ ਵਿੱਚ ਕੀ ਹੁੰਦਾ ਆ, ਔਰਗੈਨਿਕ ਕੰਪਾਊਂਡਸ ਜਿਹੜੇ ਬ੍ਰੋਕਨ ਡਾਊਨ ਹੁੰਦੇ ਆ ਟੂ ਰਿਲੀਜ਼ ਕਾਰਬਨ ਡਾਈਆਕਸਾਈਡ ਐਂਡ ਵਾਟਰ। ਕਾਰਬਨ ਡਾਈਆਕਸਾਈਡ ਐਟਮੋਸਫੇਅਰ 'ਚ ਜਾਂਦੀ ਆ। ਅਦਰ ਸੋਰਸ ਆਫ ਕਾਰਬਨ ਡਾਈਆਕਸਾਈਡ ਹੈਗੇ ਆ ਵਾਲਕੈਨੋਸ, ਮਿਨਰਲ ਸਪ੍ਰਿੰਗਸ ਐਟਸੈਕਟਰਾ। ਅਤੇ ਕੰਬਸ਼ਨ ਹੈ ਨਾ। ਫਿਰ ਕੰਸਨਟ੍ਰੇਸ਼ਨ ਆਫ ਕਾਰਬਨ ਡਾਈਆਕਸਾਈਡ ਐਟਮੋਸਫੇਅਰ ਦੇ ਵਿੱਚ ਜਿਹੜੀ ਆ ਉਹ ਕੌਂਸਟੈਂਟ ਨਹੀਂ ਹੁੰਦੀ, ਅਪਰੋਕਸੀਮੇਟਲੀ 0.32। ਇਹੀ ਇੱਕ ਬਸ ਸਿਰਫ ਅਮਾਊਂਟ ਜਿਹਾ ਯਾਦ ਰੱਖ ਲਿਓ ਇਹਦੇ ਵਿੱਚ, ਬਾਕੀ ਤਾਂ ਕਹਾਣੀ ਪਾਣੀ ਆ ਉਹ ਤੁਸੀਂ ਪਾਈ ਦੇਣੀ ਆ, ਫਾਈਨਲ 'ਚ ਹੋ ਗਏ। ਦੈਨ ਕਾਰਬਨ ਡਾਈਆਕਸਾਈਡ ਤੋਂ ਬਾਅਦ ਇਹ ਵੀ ਆਪਾਂ ਸਾਈਕਲ ਪੜ੍ਹਿਆ ਹੈ, ਇਸ ਕਰਕੇ ਨੋ ਨੀਡ ਟੂ ਇੱਥੇ ਜ਼ਿਆਦਾ ਡਿਸਕਸ਼ਨ ਕਰਨ ਦੀ। ਤੁਸੀਂ ਚਾਹੇ ਕਾਰਬਨ ਸਾਈਕਲ ਨਾਲ ਰਿਲੇਟ ਕਰਕੇ ਸਾਰਾ ਲਿਖ ਸਕਦੇ ਹੋ ਡਿਸਕ੍ਰਿਪਸ਼ਨ। ਦੈਨ ਜੇ ਅਸੀਂ ਗੱਲ ਕਰੀਏ ਵਾਟਰ ਵੇਪਰ ਦੀ, ਤਾਂ ਵਾਟਰ ਵੇਪਰਸ ਤੁਹਾਨੂੰ ਪਤਾ ਹੀ ਆ ਇਨਵਿਜ਼ੀਬਲ ਗੈਸ਼ੀਅਸ ਫਾਰਮ ਆਫ ਵਾਟਰ ਪ੍ਰੈਜ਼ੈਂਟ ਇਨ ਦਾ ਐਟਮੋਸਫੇਅਰ। ਇਹ ਵੀ ਆਪਾਂ ਵਾਟਰ ਜਿੱਥੇ ਪੜ੍ਹਿਆ ਆ ਉੱਥੇ ਪੜ੍ਹਿਆ ਹੋਇਆ ਆ। ਕੰਡੈਂਸੇਸ਼ਨ ਤੋਂ ਬਾਅਦ ਦੇ ਗੈਟ ਕਨਵਰਟਡ ਇਨਟੂ ਫੌਗ, ਮਿਸਟ, ਡਿਊ। ਫਿਰ ਪਾਰਟੀਕਲਸ, ਸੋਇਲ ਔਰ ਡਸਟ ਪਾਰਟੀਕਲਸ ਆਫ ਵੇਰੀਏਬਲ ਸਾਈਜ਼, ਇਹ ਵੀ ਇੰਪੋਰਟੈਂਟ ਕੌਂਸਟੀਚੂਐਂਟਸ ਹੈ ਐਟਮੋਸਫੇਅਰ ਦੇ, ਕਿਉਂਕਿ ਆਪਾਂ ਐਟਮੋਸਫੇਅਰ ਪੜ੍ਹ ਰਹੇ ਹਾਂ। ਮੇਨ ਹੁਣ ਇਹ 'ਚ ਆਉਂਦਾ ਆ ਸਟਰਕਚਰ ਆਫ ਐਟਮੋਸਫੇਅਰ। ਇਹ ਤਾਂ 8ਵੀਂ 10ਵੀਂ ਤੋਂ ਤੁਸੀਂ ਪੜ੍ਹਦੇ ਆ ਰਹੇ ਹਾਂ ਕਿ ਐਟਮੋਸਫੇਅਰ ਜਿਹੜਾ ਆ ਉਹਨੂੰ ਆਪਾਂ ਡਿਵਾਈਡ ਕੀਤਾ ਹੋਇਆ ਆ ਸੈਵਰਲ ਕੰਸੈਂਟਰਿਕ ਲੇਅਰਸ ਜਾਂ ਸਫੀਅਰਸ। ਵਰਟੀਕਲੀ ਜੇ ਅਸੀਂ ਦੇਖੀਏ ਤਾਂ ਇਹ ਜਿਹੜੇ ਲੇਅਰਸ ਹੈਗੀਆਂ ਆ, ਫਸਟ ਹੈਗੇ ਆ ਟ੍ਰੋਪੋਸਫੀਅਰ। ਟ੍ਰੋਪੋਸਫੀਅਰ ਜਿਹੜੀ ਆ ਇੰਪੋਰਟੈਂਟ ਜ਼ੋਨ ਆ ਔਰਗੈਨਿਜ਼ਮਸ ਲਈ, ਕਿਉਂਕਿ ਇੱਥੇ 80% ਆਫ all the mass of gases in the atmosphere and 99% of water vapor ਇੱਥੇ present ਹੁੰਦਾ ਆ। Air temperature in this zone decreases with height at the rate of about 5 degree to 6 degree C. ਇਹਦੇ ਵਿੱਚ cloud formation, lightning, thundering, formation of thunderstorms ਇਹ ਸਾਰੇ ਹੁੰਦੇ ਆ। ਇਹਦੀ ਜਿਹੜੀ ਨੈਕਸਟ ਇਸ ਤੋਂ ਬਾਅਦ ਆਉਂਦਾ ਆ ਸਟ੍ਰੈਟੋਸਫੀਅਰ।
ਫਿਰ ਸਟ੍ਰੈਟੋਸਫੀਅਰ ਜਿਹੜੀ ਆ ਸੈਕਿੰਡ ਕੰਸੈਂਟਰਿਕ ਲੇਅਰ ਆ ਅਰਥ ਐਟਮੋਸਫੇਅਰ ਦੀ, ਨੈਕਸਟ ਟੂ ਟ੍ਰੋਪੋਸਫੀਅਰ। ਕਿੰਨੇ ਐਲਟੀਚਿਊਡ ਵਗੈਰਾ 'ਤੇ ਇਹ ਪ੍ਰੈਜ਼ੈਂਟ ਹੁੰਦਾ ਆ, ਕੀ ਇੱਥੇ ਹੁੰਦਾ ਹੈ, ਇਹ ਤੁਸੀਂ ਪੜ੍ਹ ਲੈਣਾ ਆ। ਥਰਡ ਇਜ਼ ਮੀਜ਼ੋਸਫੀਅਰ, ਇਹ ਥਰਡ ਕੰਸੈਂਟਰਿਕ ਲੇਅਰ ਆ, ਠੀਕ ਹੈ। ਦੈਨ ਜਿਹੜੀ ਲਾਸਟ ਲੇਅਰ ਹੈਗੀ ਆ ਉਹ ਹੈਗੀ ਆ ਥਰਮੋਸਫੀਅਰ। ਥਰਮੋਸਫੀਅਰ ਨੂੰ ਆਇਨੋਸਫੀਅਰ ਵੀ ਕਹਿੰਦੇ ਆ। ਅਤੇ ਆਹ ਦੇਖੋ ਵਿਦ ਡਾਇਗਰਾਮ ਤੁਸੀਂ ਯਾਦ ਕਰ ਲੈਣਾ ਆ, ਡਾਇਗਰਾਮ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ। ਆਇਨੋਸਫੀਅਰ, ਥਰਮੋਸਫੀਅਰ, ਮੀਜ਼ੋਸਫੀਅਰ, ਟ੍ਰੋਪੋ, ਸਟ੍ਰੈਟੋ ਸਾਰੀਆਂ ਲੇਅਰਸ ਦਿੱਤੀਆਂ ਹੋਈਆਂ ਆ। ਥਰਮੋਸਫੀਅਰ ਇਹ ਜ਼ੋਨ ਅਬਵ ਦਾ ਮੀਜ਼ੋਸਫੀਅਰ ਹੈ, ਐਕਸਟੈਂਡਿੰਗ ਫਰੋਮ ਆਲਮੋਸਟ 90 ਕਿਲੋਮੀਟਰ। ਇਹ ਜ਼ਰੂਰ ਯਾਦ ਰੱਖਣੇ ਆ ਤੁਸੀਂ ਸਾਰੇ ਕਿ ਕਿੰਨੇ ਕਿਲੋਮੀਟਰ 'ਚ ਪ੍ਰੈਜ਼ੈਂਟ ਹੈਗੇ ਅਬਵ ਦਾ ਸਰਫੇਸ, ਜਾਂ ਐਲਟੀਚਿਊਡ ਲੈਟੀਚਿਊਡ ਕਿੰਨੇ 'ਤੇ ਪ੍ਰੈਜ਼ੈਂਟ ਹੁੰਦੇ। ਇਹੀ ਇਹ 'ਚ ਯਾਦ ਰੱਖਣ ਵਾਲਾ ਆ। ਬਾਕੀ ਲੇਅਰਸ ਦੇ ਨਾਮ ਤਾਂ ਚਾਰ ਹੀ ਆ। ਦੈਨ ਡੈਂਸਿਟੀ ਕਿੰਨੀ ਹੋ ਸਕਦੀ ਆ, ਜਾਂ ਉਸ ਏਰੀਆ 'ਚ ਕੀ ਪ੍ਰੈਜ਼ੈਂਟ ਹੈਗਾ ਆ, ਇਹ ਚਾਰ ਲਾਈਨਾਂ ਤੁਸੀਂ ਯਾਦ ਰੱਖ ਲੈਣੀਆਂ ਆ। ਇਹਦੇ ਨਾਲ ਹੀ ਇਹ ਟੌਪਿਕ ਖ਼ਤਮ ਹੋ ਗਿਆ ਆ। ਈਜ਼ੀ ਸੀ, ਸਭ ਤੋਂ ਈਜ਼ੀ ਸੀ ਕਲਾਈਮੈਟਿਕ ਫੈਕਟਰਸ। ਫਿਰ ਨੈਕਸਟ ਹੈਗਾ ਆ ਵਿੰਡ ਵੀ ਵੈਸੇ ਤਾਂ ਬਹੁਤ ਈਜ਼ੀ ਆ। ਇਸ ਵੀਡੀਓ 'ਚ ਆਪਾਂ ਇੰਨਾ ਹੀ ਪੜ੍ਹਦੇ ਹਾਂ, ਫਿਰ ਨੈਕਸਟ ਵਿੰਡ ਪੜ੍ਹ ਕੇ ਇਹ ਵਾਲਾ ਚੈਪਟਰ ਫਿਨਿਸ਼ ਹੋ ਜਾਣਾ ਹੈ। ਓਕੇ ਬੇਟਾ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਕੀਪ ਰਿਵਾਈਜ਼ਿੰਗ। ਗੁੱਡ ਬਾਏ।